स्वागत है ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਜਸਲੀਨ ਕਾਲਰਾ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਡੇ ਅੱਜ ਦੇ ਖਾਸ ਮਹਿਮਾਨ ਹਨ ਦਿਲਜੀਤ ਸਿੰਘ ਨਿਰਮਾਨ, ਜਿਨ੍ਹਾਂ ਨੂੰ ਲੈਫਟੀਨੈਂਟ ਗਵਰਨਰ ਆਫ ontario ਵੱਲੋਂ ਹਾਲ ਹੀ ਦੇ ਵਿੱਚ ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਕਮਿਊਨਿਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਦੇ ਵਿੱਚ। ਬਿਫੋਰ ਵੀ ਸਟਾਰਟ ਦਿਸ ਕਨਵਰਸੇਸ਼ਨ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਦਿਲਜੀਤ ਸਿੰਘ ਨਿਰਮਾਨ ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਵਿੱਚ ਫਰਸਟ ਸਿੱਖ ਐਂਡ ਫਰਸਟ ਸਾਊਥ ਏਸ਼ੀਅਨ ਕਮਿਊਨਿਟੀ ਮੈਂਬਰ ਹਨ। ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਦਿਲਜੀਤ ਜੀ। ਥੈਂਕ ਯੂ। ਤੁਹਾਡੇ ਤੋਂ ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਤੁਸੀਂ ਐਜ਼ ਐਨ ਇਮੀਗ੍ਰੈਂਟ ਕੈਨੇਡਾ ਦੇ ਵਿੱਚ ਆਏ ਸੀ ਇਨ ਈਅਰ 2000। ਹਾਂਜੀ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹੈ, ਕਿਸ ਤਰ੍ਹਾਂ ਦਾ ਸਟਰਗਲ ਪੀਰੀਅਡ ਤੁਹਾਡਾ ਰਿਹਾ ਹੈ? ਸ਼ੁਰੂ ਤੇ ਕੁਝ ਸਮਝ ਨਹੀਂ ਆਇਆ। ਜਦ ਅਸੀਂ ਇੱਥੇ ਆਏ ਤੇ ਮੇਰਾ ਜਿਹੜਾ ਇਮੀਗ੍ਰੇਸ਼ਨ ਹੋਇਆ ਸੀਗਾ ਉਹ ਹੋਇਆ ਸੀਗਾ ਐਜ਼ ਐਨ HR ਹਿਊਮਨ ਰਿਸੋਰਸ ਸਪੈਸ਼ਲਿਸਟ ਜੀ। ਤੇ ਜਦ ਮੈਂ ਇੱਥੇ ਆਇਆ ਤੇ ਮੈਨੂੰ ਕੋਈ ਜੌਬ ਨਹੀਂ ਮਿਲੀ ਤੇ ਮੈਂ ਟੈਂਪਰੇਰੀ ਜੌਬਸ ਇੱਥੇ ਕੋਈ ਪਲੇਸਮੈਂਟ ਏਜੰਸੀਜ਼ ਹੁੰਦੀਆਂ ਨੇ ਤੇ ਉਹਨਾਂ ਨੂੰ ਅਪਲਾਈ ਕੀਤਾ। ਮੈਨੂੰ ਯੂਨੀਵਰਸਿਟੀ ਆਫ ਟੋਰਾਂਟੋ ਵਗੈਰਾ ਐਡਮਿਨ ਦੀ ਜੌਬ ਮਿਲੀਆਂ ਤੇ ਮੈਂ ਫਿਰ ਸੋਚਿਆ, ਮੈਂ ਕਿਹਾ ਵੀ ਮੈਂ ਇਹ ਤੇ ਨਹੀਂ ਕਰਨ ਆਇਆ। ਤੇ ਮੈਂ ਉੱਥੋਂ ਲਾਅ ਕੀਤੀ ਹੋਈ ਸੀ, ਮੈਨੂੰ ਐਕਸਪੀਰੀਅੰਸ ਸੀਗਾ, ਮੈਂ ਉੱਥੇ ਮੈਨੇਜਰ ਸੀਗਾ ਇਨ ਦਾ ਲਾਰਜੈਸਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ। ਤੇ ਮੈਂ ਫਿਰ ਆਪਣਾ ਥੀਸਿਸ ਪ੍ਰਪੋਜ਼ਲ ਸਬਮਿਟ ਕੀਤਾ ਯੂਨੀਵਰਸਿਟੀ ਆਫ ਆਟਵਾ ਫॉर ਮਾਈ ਮਾਸਟਰਸ ਇਨ ਲਾਅ LLM ਤੇ ਉਹ ਐਕਸੈਪਟ ਹੋ ਗਿਆ। ਫਿਰ ਮੈਂ 2021 'ਚ ਮੈਂ ਆਟਵਾ ਮੂਵ ਹੋ ਗਿਆ। ਔਰ ਉਸ ਤੋਂ ਪਹਿਲੇ ਮੈਨੂੰ ਇੱਕ ਫਰਮ ਸੀਗੀ, ਉਹਨੇ ਵੋਲੰਟੀਅਰ ਮੈਨੂੰ ਜੌਬ ਦਿੱਤੀ ਤੇ ਮੈਂ ਇੱਥੋਂ ਵਾਈਫ ਔਰ ਬੱਚਿਆਂ ਨੂੰ ਮੈਂ ਟੋਰਾਂਟੋ ਛੱਡਦਾ ਸੀ ਤੇ ਮੈਂ ਹਰ ਸੰਡੇ ਜਾਂਦਾ ਸੀ, ਫਰਾਈਡੇ ਰਾਤੀ ਉੱਥੋਂ ਵਾਪਸ ਆਉਂਦਾ ਸੀ। ਇਸ ਤਰ੍ਹਾਂ ਕਰਕੇ ਮੈਂ ਵੋਲੰਟੀਅਰ, ਕਿਉਂਕਿ ਮੇਰਾ ਅਲਟੀਮੇਟ ਜਿਹੜਾ ਏਮ ਸੀਗਾ ਉਹ ਸੀਗਾ ਮੈਂ ਇੱਕ ਲਾਅ ਫਰਮ 'ਚ ਜਾਵਾਂ ਜੀ। ਤੇ ਫਿਰ 2001 ਤੋਂ ਲੈ ਕੇ 2002 ਤੱਕ ਮੈਂ LLM ਪੂਰੀ ਕੀਤੀ ਉੱਥੇ, ਮਾਸਟਰ ਆਫ ਲਾਅ ਯੂਨੀਵਰਸਿਟੀ ਆਫ ਆਟਵਾ 'ਚ। ਫਿਰ ਇੱਥੇ ਐਜ਼ ਐਨ LLM ਯੂ ਆਰ ਨਾਟ ਅਥੋਰਾਈਜ਼ਡ ਟੂ ਪ੍ਰੈਕਟਿਸ। ਤੇ ਫਿਰ ਮੈਨੂੰ ਇਕੁਅਲਾਈਜੇਸ਼ਨ ਪੇਪਰ ਕਰਨੇ ਪੈਂਦੇ ਜਿਹਨੂੰ ਅਸੀਂ NCA ਕਹਿੰਦੇ ਹਾਂ। ਉਹ ਫਿਰ ਉਹਨਾਂ ਨੇ ਮੈਨੂੰ ਐਗਜ਼ਾਮ ਦੱਸੇ ਸੀਗੇ, ਉਹ ਵੀ ਮੈਂ ਯੂਨੀਵਰਸਿਟੀ ਆਫ ਆਟਵਾ 'ਚ ਰੈਗੂਲਰ ਕੀਤੇ। ਫਿਰ ਮੈਂ ਆਰਟੀਕਲ ਕੀਤੀ ਔਰ ਬਾਰ ਕੀਤੀ ਤੇ ਆਲਮੋਸਟ 3 ਸਾਲ ਉਹ ਮੇਰਾ ਸਟੱਡੀ ਦਾ ਪ੍ਰੋਗਰਾਮ ਰਿਹਾ, ਸਾਰਾ ਆਟਵਾ 'ਚ ਰਿਹਾ। ਤੇ ਫਿਰ ਮੈਂ 2004 ਜੁਲਾਈ ਤੋਂ ਮੈਂ ਐਸੋਸੀਏਟ ਬਣਿਆ। ਇੱਕ ਟੈਕਸ ਐਂਡ ਕਨਸਟੀਟਿਊਸ਼ਨਲ ਲਾਅ ਫਰਮ ਸੀਗੀ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਮੈਂ ਉੱਥੇ ਐਸੋਸੀਏਟ ਰਿਹਾ। ਉਸ ਤੋਂ ਬਾਅਦ ਫਿਰ ਮੈਂ ਪਾਰਟਨਰ ਬਣਿਆ ਔਰ ਹੁਣ ਮੇਰੀ ਆਪਣੀ ਉੱਥੇ ਹੀ ਫਰਮ ਹੈਗੀ ਹੈ ਜਿਹੜੀ ਕਿ ਮੈਂ ਇਮੀਗ੍ਰੇਸ਼ਨ ਲਾਅ ਜਿਹੜਾ ਕਿ ਮੈਂ ਪੜ੍ਹਾਉਂਦਾ ਵੀ ਹੈਗਾ ਔਰ ਮੈਂ ਪ੍ਰੈਕਟਿਸ ਵੀ ਕਰਨਾ, ਔਰ ਉਹਦੇ ਨਾਲ ਮੈਂ ਬਿਜ਼ਨਸ ਐਂਡ ਕਾਰਪੋਰੇਟ ਲਾਅ ਉਹ ਵੀ ਮੈਂ ਕਰਨਾ। ਔਰ ਇਹ ਤਾਂ ਰਹੀ ਮੇਰੀ ਅਕੈਡਮਿਕ ਜਿਹੜੀ ਕਿ ਮੈਂ ਤੁਹਾਨੂੰ ਦੱਸੀ। ਇਹਦੇ ਨਾਲ ਮੈਂ ਆਪਣੇ ਗ੍ਰੈਂਡਫਾਦਰ ਤੋਂ, ਜਿਹੜੇ ਕਿ ਇੰਡੀਆ ਦੇ ਫਰੀਡਮ ਫਾਈਟਰ ਸੀਗੇ, ਪਲੱਸ ਮੇਰੇ ਫਾਦਰ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ 'ਚ ਉੱਥੋਂ ਰਿਟਾਇਰ ਹੋਏ ਸੀਗੇ, ਉਹਨਾਂ ਕੋਲ ਮੈਂ ਇੱਕ ਚੀਜ਼ ਵਰਦਾਨ ਵਿੱਚ ਮੈਂ ਕਹਿ ਸਕਣਾ ਮੈਂ ਲਈ, ਔਰ ਉਹ ਸੀਗੀ ਕਮਿਊਨਿਟੀ ਸਰਵਿਸ ਜੀ। ਉਹ ਮੈਂ ਜਦ ਮੈਂ 2004 ਤੋਂ ਮੈਂ ਤੁਸੀਂ ਆਟਵਾ 'ਚ ਜਿਤਨਾ ਮੇਰਾ ਖਿਆਲ ਹੈ, ਮੈਂ ਮਾਣ ਨਹੀਂ ਕਰਦਾ, ਪਰ ਅਗਰ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਤੇ ਉਹ ਇਸ ਚੀਜ਼ ਨੂੰ ਵਾਊਚ ਕਰਨਗੇ ਕਿ ਮੈਂ ਇੱਕ ਜਾਂ ਦੂਜੀ ਆਰਗੇਨਾਈਜੇਸ਼ਨ ਵਿੱਚ ਮੈਂ ਇਨਵੋਲਵ ਰਿਹਾ। ਉਸ ਮੇਰੀ ਮਾਨਯੋਗ ਆਟਵਾ ਸਿੱਖ ਸੁਸਾਇਟੀ, ਜਿਨ੍ਹਾਂ ਨਾਲ ਮੈਂ 20 ਸਾਲ ਤੋਂ ਇਨਵੋਲਵਡ ਹਾਂ, ਉਹ ਉੱਥੇ ਮੈਂ ਫ੍ਰੀ ਸੈਮੀਨਾਰ ਲੈਣਾ, ਵੋਲੰਟੀਅਰ ਕਰਨਾ। ਮੇਰੀ ਪੂਰੀ ਫੈਮਿਲੀ, ਸਟੂਡੈਂਟ ਜਿਹੜੇ ਅੱਜ ਕੱਲ੍ਹ ਨਵੇਂ ਆ ਰਹੇ ਨੇ ਉਹਨਾਂ ਨੂੰ ਮੈਂ ਐਜੂਕੇਟ ਕਰਨਾ। ਉਸ ਤੋਂ ਨਾਲ ਮੈਂ ਇਨਵੋਲਵ ਰਿਹਾ ਕਿਹੜੀ ਆਰਗੇਨਾਈਜੇਸ਼ਨਸ ਨਾਲ, ਯੂਨਾਈਟਿਡ ਵੇ ਆਟਵਾ ਨਾਲ। ਉਸ ਤੋਂ ਬਾਅਦ ਸ਼ੈਪਰਡਸ ਆਫ ਗੁੱਡ ਹੋਪ ਆਟਵਾ ਮਿਸ਼ਨ, OCISO ਜਿਹੜਾ ਆਟਵਾ ਕਮਿਊਨਿਟੀ ਇਮੀਗ੍ਰੈਂਟ ਸਰਵਿਸ ਆਰਗੇਨਾਈਜੇਸ਼ਨ ਹੈ, ਮੈਂ 6 ਸਾਲ ਤੋਂ ਉਹਨਾਂ ਦਾ ਬੋਰਡ ਆਫ ਡਾਇਰੈਕਟਰਸ ਹੈਗਾ। ਇਹ ਇੱਕ ਸੈਟਲਮੈਂਟ ਏਜੰਸੀ ਨੂੰ ਹੈਲਪ ਕਰਦੀ ਹੈ। ਇਹ ਸਾਡੀ OCISO ਜਿਹੜੀ ਹੈਗੀ ਹੈ, ਇਹਨੂੰ ਜਿਹੜੀ ਮੇਨ ਆਰਗੇਨਾਈਜੇਸ਼ਨ ਫੰਡ ਕਰਦੀ ਹੈ ਉਹ ਹੈਗੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ, ਜਿਹਨੂੰ ਅਸੀਂ IRCC ਵੀ ਕਹਿੰਦੇ ਹਾਂ ਅੱਜ ਕੱਲ੍ਹ। ਤੇ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਨੇ, ਰਿਫਿਊਜੀਜ਼ ਆ ਰਹੇ ਨੇ, ਉਹਨਾਂ ਦੀ ਸੈਟਲਮੈਂਟ ਦਾ, ਉਹਨਾਂ ਦੀ ਇੰਗਲਿਸ਼ ਲੈਂਗੁਏਜ ਦਾ ਇਹ OCISO ਕੰਮ ਕਰਦੀ ਹੈ ਜੀ। ਤੇ ਮੋਸਟ ਰੀਸੈਂਟਲੀ ਜਿਵੇਂ ਤੁਸੀਂ ਮੈਨੂੰ ਦੱਸਿਆ
ਫੈਬਰਰੀ 'ਚ ਮੈਨੂੰ ਫਿਰ ਪ੍ਰੋਵਿੰਸ ਆਫ ontario ਨੇ ਆਟਵਾ ਪੁਲਿਸ ਬੋਰਡ ਵਿੱਚ ਅਪਾਇੰਟ ਕੀਤਾ ਹੈ। ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਦਲਜੀਤ ਜੀ, ਬਾਈ ਪ੍ਰੋਫੈਸ਼ਨ ਯੂ ਆਰ ਅ ਲਾਇਰ, ਪਰ ਹੁਣ ਤੁਹਾਨੂੰ ਐਜ਼ ਅ ਕਮਿਊਨਿਟੀ ਮੈਂਬਰ ਅਪਾਇੰਟ ਕੀਤਾ ਗਿਆ ਹੈ ਗਵਰਨਰ ontario ਦੇ ਗਵਰਨਰ ਵੱਲੋਂ ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਵਿੱਚ। ਤੇ ਕਿਸ ਤਰ੍ਹਾਂ ਤੁਹਾਡਾ ਮਨ ਬਣਿਆ ਕਿ ਤੁਸੀਂ ਹੁਣ ਇੱਕ ਪੁਲਿਸ ਕਮਿਊਨਿਟੀ ਦਾ ਪਾਰਟ ਹੋਵੋ? ਜਦ ਤੋਂ ਮੈਂ ਆਇਆ 19 ਸਾਲ ਤੋਂ ਮੈਂ ਇੱਕ ਕਮਿਊਨਿਟੀ ਸਰਵਿਸ 'ਚ ਇੱਥੇ ਲੱਗਾ ਹੋਇਆ ਹੈਗਾ, ਤੇ ਇਹ ਇੱਕ ਮੋਟੀਵੇਸ਼ਨ ਆਈ ਮੈਨੂੰ ਕਿ ਬਈ ਅਸੀਂ ਕੁਝ ਹੋਰ ਅੱਗੇ ਵੀ ਕਰ ਸਕਨੇ ਹੈਗੇ ਆ, ਵੀ ਅਸੀਂ ਅੱਗੇ ਵੀ ਕੁਝ ਹੋਰ ਕਰਨਾ ਚਾਹੀਦਾ ਇਨ ਅ ਬਿਗਰ ਵੇ। ਤੇ ਇਹ ਇੱਕ ਓਪਰਚੁਨਿਟੀ ਆਈ ਮੇਰੇ ਕੋਲ, ਤੇ ਮੈਂ ਹੁਣ ਸੋਚਣਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੋ ਸਹਿਯੋਗ ਮੈਨੂੰ ਮੇਰੀ ਕਮਿਊਨਿਟੀ ਦਾ, ਮੇਰੇ ਭੈਣ ਭਰਾਵਾਂ ਦਾ, ਔਰ ਜੋ ਮੈਂ ਐਜੂਕੇਸ਼ਨ ਐਕਸਪੀਰੀਅੰਸ ਜਾਂ ਸਕਿੱਲਸ ਇੱਥੇ ਗੇਨ ਕੀਤੇ ਨੇ, ਮੈਂ ਉਹਨੂੰ ਆਟਵਾ ਪੁਲਿਸ ਬੋਰਡ ਦੇ ਅੰਦਰ ਥਰੂ ਜਾ ਕੇ ਕਮਿਊਨਿਟੀ ਦੀ ਹੋਰ ਹੈਲਪ ਕਰ ਸਕਾਂਗਾ ਇਨ ਅ ਬਿਗਰ ਵੇ। ਐਂਡ ਨਾਟ ਓਨਲੀ ਫॉर ਅ ਸਾਊਥ ਏਸ਼ੀਅਨ, ਇਹ ਇੱਕ ਬੜੀ ਅੱਛੀ ਚੀਜ਼ ਹੈਗੀ ਹੈ ਜੀ। ਈਵਨ ਦੋ ਮੈਂ ਸਾਊਥ ਏਸ਼ੀਅਨ ਹਾਂ, ਮੈਂ ਸਿੱਖ ਹੈਗਾ, ਮੈਂ ਪ੍ਰਾਊਡ ਸਿੱਖ, ਲੇਕਿਨ ਮੈਨੂੰ ਇੱਕ ਮੌਕਾ ਮਿਲੇਗਾ ਕਿ ਇੱਕ ਮੇਨ ਸਟਰੀਮ ਕਮਿਊਨਿਟੀ ਦੀ ਹੈਲਪ ਕਰਨ ਦਾ, ਉਹਨਾਂ ਦੀ ਸੁਣਨ ਦਾ। ਜਿਵੇਂ ਉਹਨੇ ਰੀਸੈਂਟਲੀ ਤੁਹਾਨੂੰ ਦੱਸਾਂ, ਮੈਂ ਨਿਊਜ਼ੀਲੈਂਡ ਵਿੱਚ ਜਿਹੜਾ ਇੱਕ ਇਨਸੀਡੈਂਟ ਹੋਇਆ ਸੀਗਾ, ਜਿਸ ਵਿੱਚ ਅਟੈਕ ਹੋਇਆ ਸੀਗਾ ਉੱਥੇ ਦੀ ਮੌਸਕ ਵਿੱਚ, ਤੇ ਵੀ ਆਲ ਵਰ ਇਨ ਐਕਸ਼ਨ, ਵੀ ਵਰ ਇਨ ਕੰਸਲਟੇਸ਼ਨ ਵਿਦ ਆਵਰ ਆਟਵਾ ਪੁਲਿਸ, ਐਂਡ ਦਾ ਵੈਰੀ ਨੈਕਸਟ ਡੇ ਸਾਰੇ ਆਫਿਸਰਸ ਜਿਹੜਾ ਸਾਨੂੰ ਦੇ ਵਰ ਮੀਟਿੰਗ ਦਾ ਲੀਡਰਸ ਐਂਡ ਆਲ ਦੈਟ ਟੂ ਸ਼ੋ ਦੈਟ ਯੈਸ ਆਟਵਾ ਪੁਲਿਸ ਉਹਨਾਂ ਦੇ ਨਾਲ ਹੈਗੀ ਹੈ ਜੀ। ਸੋ ਦਿਸ ਇਜ਼ ਆਲ ਜੀ। ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ ਐਂਡ ਕੀ ਰਿਸਪੌਂਸਿਬਿਲਿਟੀ ਹੁੰਦੀ ਹੈ ਉਹਨਾਂ ਦੀ? ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਆਟਵਾ ਪੁਲਿਸ ਅੰਡਰ ਦਾ ਪੁਲਿਸ ਸਰਵਿਸਿਜ਼ ਐਕਟ ਆਫ ontario ਦੇ ਅੰਦਰ 7 ਮੈਂਬਰ ਆਟਵਾ ਪੁਲਿਸ ਬੋਰਡ ਵਿੱਚ ਜਾਂ ਹੈਗੇ ਨੇ ਜੀ। ਉਹਨਾਂ 'ਚੋਂ 3 ਜਿਹੜੇ ਹੈਗੇ ਨੇ ਉਹ ਕਾਉਂਸਲਰ ਹੁੰਦੇ ਨੇ, ਸਿਟਿੰਗ ਕਾਉਂਸਲਰ, ਜਿਨ੍ਹਾਂ ਨੂੰ ਮੇਅਰ, ਜਿਹੜਾ ਰਿਸਪੈਕਟਿਵ ਮੇਅਰ ਹੁੰਦਾ ਉਹ ਉਹਨਾਂ ਨੂੰ ਨੋਮੀਨੇਟ ਕਰਦਾ, ਤੇ 3 ਜਿਹੜੇ ਮੈਂਬਰਸ ਅਪਾਇੰਟ ਹੁੰਦੇ ਨੇ ਉਹ ਪ੍ਰੋਵਿੰਸ਼ੀਅਲ ਅਪਾਇੰਟਮੈਂਟ ਹੁੰਦੀ ਹੈ, ਪ੍ਰੋਵਿੰਸ ਆਫ ontario ਜਿਹੜੀ ਰੂਲਿੰਗ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਉਹ ਕਰਦੀ ਹੈ, ਔਰ ਜਿਹੜਾ ਇੱਕ ਮੈਂਬਰ ਹੈਗਾ ਉਹ ਸਿਟੀ ਕਾਉਂਸਲ ਉਹਨੂੰ ਅਪਾਇੰਟ ਕਰਦੀ ਹੈ। ਸੋ ਦੇਰ ਆਰ ਇਨ ਟੋਟਲ 7 ਮੈਂਬਰ। ਉਹਨਾਂ ਵਿੱਚੋਂ ਫਿਰ 7 ਜਿਹੜੇ ਨੇ ਉਹ ਇੱਕ ਨੂੰ ਚੇਅਰ ਬਣਾਉਂਦੇ ਨੇ ਔਰ ਇੱਕ ਨੂੰ ਵਾਈਸ ਚੇਅਰ ਬਣਾਉਂਦੇ ਨੇ ਜੀ। ਹੁਣ ਤੁਹਾਨੂੰ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ, ਤੇ ਹੁਣ ਤੁਹਾਡੀ ਕੀ ਪ੍ਰਾਇੋਰਟੀਜ਼ ਹੋਣਗੀਆਂ, ਤੁਹਾਡੀ ਆਪਣੀ ਤਰਫ ਤੋਂ ਕੀ ਤਰਜੀਹ ਹੋਏਗੀ? ਦੇਖੋ, ਪਹਿਲੇ ਤਾਂ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਇਹ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਗਵਰਨਮੈਂਟ ਨੇ ਦਿੱਤੀ ਹੈਗੀ ਹੈ ਜੀ, ਔਰ ਸਭ ਤੋਂ ਪਹਿਲੇ ਤੇ ਇੱਕ ਬੜਾ ਸਟੀਪ ਲਰਨਿੰਗ ਕਰਵ ਹੈਗਾ। ਮੈਂ ਸਿੱਖ ਰਿਹਾ ਹੈਗਾ ਔਰ ਸਿੱਖਣ ਨੂੰ ਬਹੁਤ ਹੈਗਾ। ਮੈਂ ਇਹਨੂੰ ਕਹਿੰਦਾ ਕਿ ਦਿਸ ਇਜ਼ ਅ ਬੋਰਡ ਇਨ ਐਕਸ਼ਨ। ਆਪਣੀ ਯੂਨੀਫਾਰਮ ਫੋਰਸ ਹੈਗੀ ਹੈ ਜਿਹੜੀ ਕਿ ਹਰ ਟਾਈਮ ਦਿਨ ਰਾਤ ਸੇਵਾ 'ਚ ਲੱਗੀ ਹੈ। ਹੁਣ ਅਸੀਂ ਕਮਿਊਨਿਟੀ ਦੀ ਕਈ ਐਕਸਪੈਕਟੇਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਕਰਨੀਆਂ ਪੈਂਦੀਆਂ, ਔਰ ਮੈਂ ਸੋਚਣਾ ਕਿ ਜੋ ਮੈਂ ਬੋਰਡ 'ਤੇ ਲਿਆ ਰਿਹਾ, ਮੇਰੀ ਜਿਹੜੀ ਅਪਰੋਚ, ਜਿਹੜੇ ਕਿ ਮੈਂ ਇੰਨੇ ਸਾਲਾਂ ਤੋਂ ਕਮਿਊਨਿਟੀ ਨਾਲ ਜੁੜਿਆ ਹੋਇਆ, ਉਹ ਦੇ ਫੀਲ ਸੋ ਕੰਫਰਟੇਬਲ। ਅਗਰ ਉਹਨਾਂ ਨੂੰ ਕੋਈ ਇਸ਼ੂ ਹੁੰਦਾ ਔਰ ਦੇ ਪਿਕ ਅਪ ਦਾ ਫੋਨ ਔਰ ਐਨ ਈਮੇਲ ਔਰ ਮੈਨੂੰ ਕਰ ਦਿੰਦੇ ਨੇ, ਐਂਡ ਆਈ ਐਮ ਟਰਾਈਂਗ ਟੂ ਰਿਡਰੈਸ ਦੇਅਰ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਜਿਹੜੇ ਇਸ਼ੂਜ਼ ਹੈਗੇ ਨੇ ਉਹ ਮੈਂ ਕਰਾਂ। ਤੇ ਇਸ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਬੋਰਡ ਦਾ ਰੋਲ ਕੀ ਹੈਗਾ ਔਰ ਪੁਲਿਸ ਦਾ ਕੀ ਹੈ। ਬੋਰਡ ਜਿਹੜਾ ਓਬਜੈਕਟਿਵਸ, ਪਾਲਿਸੀਜ਼ ਐਂਡ ਪ੍ਰੋਸੀਜਰਸ ਉਹ ਅਸੀਂ ਸੈਟਅਪ ਕਰਨੇ ਆ ਇਨ ਕੰਸਲਟੇਸ਼ਨ ਵਿਦ ਦ ਚੀਫ ਆਫ ਦ ਪੁਲਿਸ ਜੀ, ਔਰ ਉਹਨੂੰ ਕਿਵੇਂ ਆਪਰੇਟ ਕਰਨਾ, ਕਿਵੇਂ ਉਹਨੂੰ ਐਗਜ਼ੀਕਿਊਟ ਕਰਨਾ, ਉਹ ਪੁਲਿਸ ਚੀਫ ਦਾ ਹੈਗਾ। ਉਸ ਵਿੱਚ ਬੋਰਡ ਕੋਈ ਦਖਲ ਨਹੀਂ ਦੇ ਸਕਦਾ, ਉਹ ਉਹਨਾਂ ਨੇ ਕਰਨਾ। ਲੇਕਿਨ ਕੀ ਪ੍ਰਾਇੋਰਟੀਜ਼ ਹੋਣਗੀਆਂ, ਕੀ ਪਾਲਿਸੀਜ਼ ਹੋਣਗੀਆਂ, ਉਹ ਬੋਰਡ ਸੈਟਅਪ ਕਰ ਸਕਦਾ, ਚੇਂਜ ਵੀ ਕਰ ਸਕਦਾ। ਜਿਵੇਂ ਹੁਣ ਇੱਕ ਆਟਵਾ 'ਚ ਇੱਕ 4-5 ਸਾਲ ਪਹਿਲੇ ਹੁੰਦਾ ਸੀਗਾ ਕਮਿਊਨਿਟੀ ਪੁਲਿਸਿੰਗ ਦਾ, ਉਹ ਥੋੜ੍ਹਾ ਜਿਹਾ ਹਾਲੇ ਵੀ ਚੱਲਿਆ, ਪਰ ਹੁਣ ਦਾ ਬੋਰਡ ਜਿਹੜਾ ਕਹਿ ਰਿਹਾ ਕਿ ਉਹਨੂੰ ਹੋਰ ਐਕਟੀਵੇਟ ਕੀਤਾ ਜਾਵੇ, ਤੇ ਉਸ ਦੇ ਉੱਤੇ ਹੁਣ ਕੰਮ ਚੱਲ ਰਿਹਾ ਹੈਗਾ। ਦੂਜੀ ਚੀਜ਼, ਐਜ਼ ਅ ਕਮਿਊਨਿਟੀ ਮੈਂਬਰ ਮੈਂ ਕੀ ਕੀਤੀ, ਮੈਨੂੰ ਹਾਲੇ 2 ਮਹੀਨੇ ਹੋਏ ਨੇ, ਮੈਂ 2 ਰਾਈਡ ਅਲਾਉਂਸ ਕੀਤੀਆਂ। ਮੈਂ ਤੁਹਾਨੂੰ ਰਾਈਡ ਅਲਾਉਂਸ ਦੱਸਣਾ ਕੀ ਹੁੰਦਾ ਕਿ ਜਿਹੜੇ ਪੈਟਰੋਲ ਆਫੀਸਰ ਹੁੰਦੇ ਨੇ, ਮੈਂ ਉਹਨਾਂ ਦੇ ਨਾਲ 8-9 ਘੰਟੇ ਉਹਨਾਂ ਦੀ
ਕਰੂਜ਼ਰ ਵਿੱਚ ਬਹਿ ਕੇ ਉਹਨਾਂ ਦੇ ਨਾਲ ਪੂਰੀ ਡਿਊਟੀ ਕੀਤੀ ਹੈ। ਔਰ ਇਸ ਦੇ ਹੁਣ ਮੈਨੂੰ ਕੀ ਮਿਲਿਆ, ਮੈਂ 911 ਕਾਲਸ ਅਟੈਂਡ ਕੀਤੀਆਂ, ਮੈਂ ਇਹਨਾਂ ਦੇ ਡਿਪਾਰਟਮੈਂਟ ਵਿੱਚ ਗਿਆ ਔਰ ਮੈਂ ਦੇਖਿਆ। ਔਰ ਮੈਂ ਇੱਕ ਚੀਜ਼ ਤੁਹਾਨੂੰ ਬੜੇ ਗਰਵ ਨਾਲ ਕਹਿਣਾ ਕਿ ਸਾਡੀ ਜਿਹੜੀ ਪੁਲਿਸ ਫੋਰਸ ਹੈਗੀ, ਜਿਹੜੀ ਯੂਨੀਫਾਰਮ ਵਿੱਚ ਹੈਗੀ, ਦੇ ਆਰ ਰੀਅਲੀ ਵਰਕਿੰਗ ਵੈਰੀ ਹਾਰਡ। ਮਤਲਬ ਉਹ ਰੀਅਲੀ ਕੰਮ ਕਰ ਰਹੇ ਨੇ। ਔਰ ਮੈਂ ਦੇਖਿਆ ਕਿ ਕਿਵੇਂ ਕਈ ਇਸ਼ੂਜ਼ ਆਏ, ਜਿਵੇਂ ਇੱਕ ਦੋ ਕਾਲਸ 'ਤੇ ਅਸੀਂ ਗਏ ਜਿੱਥੇ ਕਿ ਜਿਹੜਾ ਵਿਕਟੇ ਉਹ ਬੰਦਾ ਸੀਗਾ ਉਹ ਰਜਿਸਟ ਕਰ ਰਿਹਾ ਸੀ ਹਸਪੀਟਲ ਜਾਣ ਵਾਸਤੇ, ਐਂਡ ਪੁਲਿਸ ਆਫਿਸਰ ਵਾਸ ਰਿਕੁਐਸਟਿੰਗ ਦੈਮ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਿਉਂ ਰਿਕੁਐਸਟ ਕਿਉਂ ਕਰ ਰਹੇ ਹੋ? ਕਹਿੰਦੇ ਨੋ ਵੀ ਕੈਨ ਫੋਰਸ ਬਿਕੋਜ਼ ਵੀ ਹੈਵ ਟੂ ਰਿਕੁਐਸਟ ਦੈਮ ਵੈਦਰ ਦੇ ਵਾਂਟ ਟੂ ਗੋ ਔਰ ਨੋਟ। ਸੋ ਆਈ ਵਾਂਟ ਟੂ ਸੇ ਐਨੀ ਪੇਸ਼ੈਂਸ ਔਰ ਐਨੀ ਕਰਨੀ। ਔਰ ਤੀਜੀ ਜ਼ਰੂਰੀ ਚੀਜ਼ ਜਿਹੜੀ ਕਿ ਮੈਂ ਸ਼ੁਰੂ ਤੋਂ, ਅੱਜ ਮੈਨੂੰ 30-35 ਸਾਲ ਹੋ ਗਏ ਇਸ ਕਮਿਊਨਿਟੀ ਦੇ ਅੰਦਰ, ਇੰਡੀਆ ਵਿੱਚ ਵੀ ਔਰ ਇੱਥੇ ਵੀ, ਕਮਰੇ ਦੇ ਅੰਦਰ ਬਹਿ ਕੇ ਤੁਸੀਂ ਪਾਲਿਸੀਜ਼ ਔਰ ਉਹ ਨਹੀਂ ਲਿਖ ਸਕਦੇ। ਯੂ ਹੈਵ ਟੂ ਬੀ ਔਨ ਦਾ ਗਰਾਊਂਡ ਐਂਡ ਦੈਟ ਇਜ਼ ਵਾਟ ਮਾਈ ਥਿੰਕ ਇਜ਼। ਜਦ ਤੱਕ ਕਿ ਮੈਂ ਆਪਣੇ ਪੁਲਿਸ ਭੈਣ ਭਰਾ ਦੇ ਨਾਲ ਜਾ ਕੇ ਲੱਗਾਂਗਾ ਨਹੀਂ, ਮੈਨੂੰ ਪਤਾ ਹੀ ਨਹੀਂ ਉਹ ਕਰ ਕੀ ਰਹੇ ਨੇ, ਮੈਂ ਉਹਨਾਂ ਦੀ ਪਾਲਿਸੀਜ਼ ਕਿਵੇਂ ਲਿਖ ਸਕਣਾ? ਨਹੀਂ। ਸੋ ਵੀ ਹੈਵ ਟੂ। ਐਂਡ ਇਨਫੈਕਟ ਮੇਰੇ ਜਿਹੜੇ ਦੂਜੇ ਬੋਰਡ ਮੈਂਬਰ ਹੈਗੇ ਨੇ ਉਹਨਾਂ 'ਚੋਂ ਕਈ ਜਾ ਚੁੱਕੇ ਨੇ ਔਰ ਕਈ ਹੁਣ ਜਾਣਗੇ ਇਹ ਸਾਰਾ ਦੇਖਣ ਵਾਸਤੇ, ਕਿਉਂਕਿ ਯੂ ਹੈਵ ਟੂ ਬੀ ਪਾਰਟ ਆਫ ਦੈਟ। ਜੀ ਬਿਲਕੁਲ, ਡੈਫੀਨੇਟਲੀ ਆਈ ਵੁੱਡ ਲਾਈਕ ਟੂ ਐਡ ਹੇਅਰ ਕਿ ਮੈਨੂੰ ਤੁਹਾਡਾ ਵਰਗਾ ਐਕਸਪੀਰੀਅੰਸ ਤਾਂ ਨਹੀਂ ਮਿਲਿਆ, ਬਟ ਵੀ ਗੋਟ ਅ ਚਾਂਸ ਟੂ ਬੀ ਵਿਦ ਅਪੀਲ ਪੁਲਿਸ ਫॉर ਫਿਊ ਆਵਰਸ, ਜਿੱਥੇ ਇੱਕ ਮੀਡੀਆ ਟਰੈਕ ਡੇ ਰੱਖਿਆ ਗਿਆ ਸੀ। ਉੱਥੇ ਸਾਨੂੰ ਐਕਸਪੀਰੀਅੰਸ ਮਿਲਿਆ ਸੀ ਕਿ ਯੂ ਕੈਨ ਐਕਚੁਅਲੀ ਸਿਟ ਇਨ ਅ ਪੁਲਿਸ ਕਰੂਜ਼ਰ ਐਂਡ ਐਕਸਪੀਰੀਅੰਸ ਵਟ ਦੇ ਗੋ ਥਰੂ ਐਵਰੀ ਡੇ। ਤੇ ਜਿਹੜਾ ਪੁਲਿਸ ਸਰਵਿਸਿਜ਼ ਜਿਹੜੇ ਪੁਲਿਸ ਕਨਸਟੇਬਲ ਕੰਮ ਕਰ ਰਹੇ ਨੇ ਫੀਲਡ ਦੇ ਵਿੱਚ, ਸੈਲਫਲੈਸ ਸਰਵਿਸ, ਇਟਸ ਡੈਫੀਨੇਟਲੀ ਕਮੈਂਡੇਬਲ, ਇਟਸ ਹੈਟਸ ਆਫ ਟੂ ਦੈਮ ਐਕਚੁਅਲੀ, ਜਿਹੜੇ ਵੀ ਉਹ ਸਰਵਿਸ ਸਾਡੀ ਕਮਿਊਨਿਟੀ ਲਈ ਕਰ ਰਹੇ ਨੇ। ਜੀ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਦਿਲਜੀਤ ਸਿੰਘ ਨਿਰਮਾਨ ਜੀ ਦੇ ਨਾਲ, ਜਿਨ੍ਹਾਂ ਨੂੰ ਰੀਸੈਂਟਲੀ ontario ਦੇ ਲੈਫਟੀਨੈਂਟ ਗਵਰਨਰ ਵੱਲੋਂ ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਵਿੱਚ ਕਮਿਊਨਿਟੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਦਿਲਜੀਤ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਹਮੇਸ਼ਾ ਤੋਂ ਹੀ ਕਮਿਊਨਿਟੀ ਦੇ ਨਾਲ ਕਾਫੀ ਜ਼ਿਆਦਾ ਇਨਵੋਲਵ ਰਹੇ ਹੋ, ਸੋਸ਼ਲ ਨੈਟਵਰਕਿੰਗ ਕਾਫੀ ਰਹੀ ਹੈ ਤੁਹਾਡੀ। ਕਿਸ ਤਰ੍ਹਾਂ ਤੁਹਾਨੂੰ ਇਸ ਲਈ ਇਨਸਪੀਰੇਸ਼ਨ ਮਿਲੀ, ਜਾਂ ਸ਼ੁਰੂ ਤੋਂ ਹੀ ਤੁਹਾਡਾ ਇੰਟਰਸਟ ਕਾਫੀ ਸੀਗਾ ਕਮਿਊਨਿਟੀ ਦੇ ਨਾਲ ਸੋਸ਼ਲ ਨੈਟਵਰਕਿੰਗ ਦੇ ਵਿੱਚ ਇਨਵੋਲਵ ਹੋਣਾ? ਮੈਂ ਤੁਹਾਨੂੰ ਬਰੀਫਲੀ ਦੱਸਿਆ ਸੀਗਾ ਕਿ ਇਹ ਇਨਹੈਰਿਟ ਕੀਤਾ ਮੈਂ ਆਪਣੇ ਗ੍ਰੈਂਡਫਾਦਰ ਤੋਂ, ਫਿਰ ਮੇਰੇ ਫਾਦਰ ਤੋਂ। ਤੇ ਹਮੇਸ਼ਾ ਹੀ ਮੇਰੇ ਫਾਦਰ, ਜਿਵੇਂ ਮੈਂ ਦੱਸਿਆ, ਰਿਜ਼ਰਵ ਬੈਂਕ ਆਫ ਇੰਡੀਆ ਤੋਂ ਰਿਟਾਇਰ ਹੋਏ ਸੀਗੇ, ਲੇਕਿਨ ਉਹ ਹਮੇਸ਼ਾ ਸੋਸ਼ਲ ਸਰਵਿਸ ਉੱਤੇ ਕਰਦੇ ਰਹਿੰਦੇ ਸੀਗੇ। ਤੇ ਜੋ ਥੋੜ੍ਹਾ ਬਹੁਤ ਮੈਂ ਸਹਿਯੋਗ ਕਰ ਸਕਦਾ ਸੀਗਾ ਮੈਂ ਇੰਡੀਆ ਵਿੱਚ ਵੀ ਕੀਤਾ। ਜਦ ਮੈਂ ਇੱਥੇ ਆਇਆ ਤੇ ਜਿਵੇਂ ਹੀ ਮੈਂ ਪੜ੍ਹਾਈ ਖਤਮ ਕਰਕੇ ਉਰਸੇ 'ਚ ਆਇਆ, ਤੇ ਸਭ ਤੋਂ ਪਹਿਲੇ ਮੈਂ ਆਟਵਾ, ਸਿਟੀ ਆਫ ਆਟਵਾ ਦੀ ਇੱਕ ਐਥਨਿਕ ਡਾਇਵਰਸਿਟੀ ਕਮੇਟੀ ਹੁੰਦੀ ਸੀਗੀ, ਮੈਂ ਉਸੇ 'ਚ ਜੁਆਇਨ ਕੀਤਾ ਕਿ ਮੈਂ ਦੇਖਾਂ ਕਿ ਮੈਂ ਕਿਵੇਂ ਹੁੰਦਾ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਟਵਾ ਸਿੱਖ ਸੁਸਾਇਟੀ, ਤੇ ਜਿਵੇਂ ਮੇਰੀ ਹਾਰਟ ਹੈਗੀ ਹੈ, ਮੈਂ ਹਮੇਸ਼ਾ ਉੱਥੇ ਆਉਣਾ। ਔਰ ਜਿਹੜੀ ਲੋਕਲ ਮੌਸਕਸ ਹੈਗੀਆਂ ਨੇ, ਮੰਦਿਰ ਹੈਗੇ ਨੇ, ਉਹਨਾਂ ਜਾ ਕੇ ਮੈਂ ਪ੍ਰੋ ਬੋਨੋ ਕੰਮ ਕਰਨਾ। ਉਹਨਾਂ ਨੂੰ ਕੋਈ ਐਡਵਾਈਸ ਚਾਹੀਦੀ ਹੁੰਦੀ ਹੈ, ਮੈਂ ਹਮੇਸ਼ਾ ਕਰਨਾ। ਜਿਹੜੇ ਆਟਵਾ ਦੇ ਮੰਦਿਰ ਹੈਗੇ, ਗੁਰਦੁਆਰਾ ਤਾਂ ਇੱਕੋ ਹੀ ਹੈਗਾ, ਮੌਸਕ ਹੈਗੀ ਹੈ। ਉਸ ਤੋਂ ਬਾਅਦ ਸ਼ੈਪਰਡ ਆਫ ਗੁੱਡ ਹੋਪ ਐਂਡ ਆਟਵਾ ਮਿਸ਼ਨ, ਜਿੱਥੇ ਕਿ ਹੋਮਲੈਸ ਔਰ ਸ਼ੈਲਟਰਸ ਲੋਕ ਹੁੰਦੇ ਨੇ, ਉੱਥੇ ਮੇਰੀ ਫੈਮਿਲੀ ਜਾ ਕੇ ਖਾਣਾ ਵੀ ਬਣਾਉਂਦੀ ਹੈ। ਔਰ ਮੈਂ ਜੋ ਥੋੜ੍ਹਾ ਬਹੁਤ ਯੋਗਦਾਨ ਕਰ ਸਕਣਾ ਮੈਂ ਉਹ ਵੀ ਕਰਨਾ। ਉਸ ਤੋਂ ਬਾਅਦ ਜਦ ਮੇਰੇ ਚੱਲ ਰਿਹਾ ਸੀਗਾ, ਔਰ ਮੈਂ ਤੁਹਾਨੂੰ ਇਹ ਦੱਸ ਦੇਵਾਂ, ਇਹ ਪ੍ਰੈਕਟਿਸ ਦੇ ਨਾਲ ਹੈਗਾ। ਔਰ ਪ੍ਰੈਕਟਿਸ ਤੁਹਾਨੂੰ ਪਤਾ ਹੈ ਬੜੀ ਡਿਮਾਂਡਿੰਗ ਹੈ। ਇੰਡੀਆ ਔਰ ਇੱਥੇ ਦਾ ਬਹੁਤ ਫਰਕ ਹੈਗਾ। ਇੱਥੇ ਕਿਉਂਕਿ ਸਰਵਿਸ ਇੰਡਸਟਰੀ ਹੈਗੀ ਹੈ, ਇੱਥੇ ਜਿਵੇਂ ਇੰਡੀਆ 'ਚ ਮੈਂ ਕਦੀ ਨਹੀਂ ਦੇਖਿਆ ਕੋਈ ਕਲਾਇੰਟ ਕਿਸੇ ਲਾਇਰ ਦੀ ਸ਼ਿਕਾਇਤ ਕਰਦਾ ਹੋਵੇ। ਇੱਥੇ ਸਾਡੀ ਲਾਅ ਸੁਸਾਇਟੀ ਹੈਗੀ ਹੈ, ਔਰ ਅਗਰ ਤੁਸੀਂ ਕੋਈ ਠੀਕ ਕੰਮ ਨਹੀਂ ਕਰਦੇ ਤਾਂ ਤੁਸੀਂ ਇਮੀਡੀਏਟਲੀ ਲਾਅ ਸੁਸਾਇਟੀ ਨੂੰ ਸ਼ਿਕਾਇਤ ਕਰ ਸਕਦੇ ਹੈਗੇ ਹੋ। ਤੇ ਉਹ ਕਰ ਰਿਹਾ ਸੀਗਾ, ਬੱਚੇ ਪੜ੍ਹ ਰਹੇ ਸੀਗੇ। ਔਰ ਉਸ ਦੇ ਦੌਰਾਨ ਅਸੀਂ ਇੱਕ ਆਰਗੇਨਾਈਜੇਸ਼ਨ ਜੁਆਇਨ ਕੀਤੀ, ਜਿਨ੍ਹਾਂ ਨੇ ਇੱਕ ਬੇੜਾ ਚੁੱਕਿਆ ਯੂਨੀਵਰਸਿਟੀ ਆਫ ਆਟਵਾ ਹਾਰਟ ਇੰਸਟੀਚਿਊਟ ਦਾ, ਜਿਹੜੀ ਕਲੀਨਿਕਲ ਰਿਸਰਚ ਦਾ ਫੰਡ ਰੇਜ਼ਿੰਗ ਕਰਨ ਦਾ। ਉਹ 10 ਸਾਲ ਉਸਦਾ ਨੇ $10 ਮਿਲੀਅਨ ਇਕੱਠਾ ਕੀਤਾ, ਤੇ ਮੈਂ ਉਸਦੀ ਟੀਮ ਮੈਂਬਰ ਸੀਗਾ ਉਸਦੇ ਨਾਲ। ਉਸ ਤੋਂ ਬਾਅਦ OCISO 'ਚ ਮੈਂ ਤੁਹਾਨੂੰ ਦੱਸਿਆ ਮੈਂ ਉੱਥੇ ਸੀਗਾ। ਔਰ ਪਿਛਲੇ 2 ਸਾਲ ਪਹਿਲੇ
ਅਸੀਂ ਇੱਕ ਆਰਗੇਨਾਈਜੇਸ਼ਨ ਬਣਾਈ। ਅਸੀਂ ਕਿਹਾ ਵੀ ਹਮੇਸ਼ਾ ਨਾ ਮਾਈਂਡ ਵਿੱਚ ਰਹਿੰਦਾ ਸੀਗਾ ਕਿ ਅਸੀਂ ਜਿਹੜੇ ਗਰਾਊਂਡਡ ਲੋਕ ਹੈਗੇ ਨੇ, ਜਿਹੜੇ ਆਮ ਆਦਮੀ ਹੈਗਾ, ਉਹਨੂੰ ਅਸੀਂ ਕਿਵੇਂ ਜਾ ਕੇ ਉਹਨੂੰ ਖਾਣਾ ਦਈਏ। ਇਹ ਸਾਡੀ ਸਿੱਖੀ 'ਚ ਹੈਗਾ ਕਿ ਵੀ ਅਸੀਂ ਦੇਣਾ। ਅਤੇ ਜਿਵੇਂ ਅਸੀਂ ਲੰਗਰ ਕਰਨੇ ਆ ਗੁਰਦੁਆਰੇ ਦੇ ਅੰਦਰ, ਅਤੇ ਮੈਨੂੰ ਇਹ ਸੀਗਾ ਵੀ ਅਸੀਂ ਕਿਵੇਂ ਕਰੀਏ। ਅਤੇ ਮੇਰੇ ਇੱਕ ਬੜੇ ਅੱਛੇ ਦੋਸਤ ਹੈਗੇ ਨੇ ਜਿਹੜੇ ਕਿ ਐਕਸਪੈਕਟੇਸ਼ਨ ਆਟਵਾ ਦੇ ਮਾਲਕ ਹੈਗੇ, ਅਤੇ ਅਸੀਂ ਨਾ ਕੁਝ 5-6 ਸਾਲ ਹੋ ਗਏ ਨੇ, ਅਸੀਂ ਕੈਨੇਡਾ ਡੇ ਵਾਲੇ ਦਿਨ ਜੁਲਾਈ 1 ਨੂੰ ਅਸੀਂ ਫ੍ਰੀ ਵਾਟਰ ਦਿੰਦੇ ਹਾਂ ਉੱਥੇ। ਇਹ ਸਾਡਾ ਚੱਲ ਰਿਹਾ ਸੀਗਾ ਉੱਥੇ, ਅਤੇ 2017 ਜੁਲਾਈ ਦੀ ਗੱਲ ਹੈ। ਅਤੇ ਮੈਂ ਕਿਹਾ ਕਿ ਸਾਨੂੰ ਨਾ ਕੁਝ ਹੋਰ ਕਰਨਾ ਚਾਹੀਦਾ। ਅਸੀਂ ਪਾਣੀ ਦੇ ਦਿੰਦੇ ਹਾਂ, ਔਰ ਅਸੀਂ ਉਸ ਜਿਹੜੇ ਪਾਣੀ 'ਚ 1000-1500 ਬੋਤਲ ਅਸੀਂ ਫ੍ਰੀ ਵੰਡਨੇ ਆ। ਔਰ ਤੁਹਾਨੂੰ ਬੜੀ ਅਜੀਬ ਗੱਲ ਦੱਸਾਂ, ਉੱਥੇ ਲੋਕ ਸਾਨੂੰ ਹੈਰਾਨ ਹੁੰਦੇ ਨੇ ਇੱਥੇ ਕਿ ਤੁਸੀਂ ਫ੍ਰੀ ਦੇ ਰਹੇ ਹੋ, ਰੀਅਲੀ ਫ੍ਰੀ ਦੇ ਰਹੇ ਹੋ। ਅਸੀਂ ਕਿਹਾ ਇਸ ਫ੍ਰੀ ਹੈ, ਤੁਸੀਂ ਲਓ ਇੱਥੇ ਪਾਣੀ। ਅਤੇ ਉਸ 2017 ਜੁਲਾਈ ਦੀ ਗੱਲ ਹੈ ਕਿ ਅਤੇ ਮੈਂ ਕਿਹਾ ਯਾਰ ਸਾਨੂੰ ਨਾ ਕੁਝ ਹੋਰ ਕਰਨਾ ਚਾਹੀਦਾ ਕਿ ਜਿੱਥੇ ਲੋਕਾਂ ਨੂੰ ਅਸੀਂ ਕੁਝ ਦੇਈਏ ਤਾਂ ਕਿ। ਅਤੇ ਅਸੀਂ ਫਿਰ ਮੇਰੇ ਇੱਕ ਦੋਸਤ ਹੈਗੇ ਕਾਫੀ ਵੱਡੇ ਲਾਇਰ ਹੈਗੇ ਨੇ, ਅਤੇ ਉਹ ਮੌਂਟਫੋਰਡ ਹਸਪੀਟਲ ਨਾਲ ਇਨਵੋਲਵ ਸੀਗੇ। ਉਹਨਾਂ ਨੇ ਮੈਨੂੰ ਕੰਪੇਨ ਕੈਬਨਿਟ ਆਫ ਦਾ ਮੌਂਟਫੋਰਡ ਹਸਪੀਟਲ ਮੈਨੂੰ ਜੁਆਇਨ ਕਰਵਾਇਆ। ਅਸੀਂ ਉਹਨਾਂ ਨਾਲ ਇੱਕ ਜਿਹੜਾ ਈਵੈਂਟ ਕੀਤਾ, ਉਹ ਕੀਤਾ ਗੁਰਦੁਆਰਾ ਸਾਹਿਬ ਵਿੱਚ, ਔਰ 2 ਘੰਟੇ ਦੇ ਅੰਦਰ ਸਾਨੂੰ $11,000 ਤੇ ਇਕੱਠਾ ਹੋਇਆ ਮੌਂਟਫੋਰਡ ਹਸਪੀਟਲ ਦਾ। ਉਹ ਨਾ ਇੱਕ CT ਐਡਵਾਂਸ ਸਕੈਨਰ ਹੈਗਾ ਕਿ ਜਿਹੜਾ ਕਾਰਡੀਓ ਮੋਡਿਊਲ ਦਾ ਜੀ 3 ਮਿੰਟ ਦੇ ਅੰਦਰ ਉਹ ਪੂਰੀ ਬੋਡੀ ਨੂੰ ਸਕੈਨ ਕਰਕੇ ਤੁਹਾਨੂੰ ਕੋਈ ਵੀ ਹੈ ਉਹ ਦੱਸ ਦੇਗਾ। ਦੂਜਾ ਇਵੈਂਟ ਅਸੀਂ ਉਹਨਾਂ ਨਾਲ ਕੀਤਾ ਐਕਸਪੈਕਟੇਸ਼ਨ ਵਿੱਚ ਫ੍ਰੀ ਬ੍ਰੇਕਫਾਸਟ ਦਾ, ਔਰ ਵੱਡੀ ਗੱਲ ਹੈਗੀ ਅਸੀਂ ਉਹਨਾਂ ਦੇ ਬੰਦੇ ਖੜੇ ਕਰਤੇ, ਉਹਨਾਂ ਨੇ ਪੈਸੇ ਕਲੈਕਟ ਕੀਤੇ, ਸਾਰਿਆਂ ਨੂੰ 100% ਚੈਰੀਟੇਬਲ ਰਸੀਦ ਚਲੀ ਗਈ। ਜਿਹੜਾ ਵੀ ਬ੍ਰੇਕਫਾਸਟ ਦਾ ਖਰਚਾ ਸੀਗਾ ਉਹ ਅਸੀਂ ਔਰ ਜਿਹੜਾ ਰੈਸਟੋਰੈਂਟ ਓਨਰ ਹੈ ਉਹ ਅਸੀਂ ਸ਼ੇਅਰ ਕੀਤਾ, ਅਤੇ ਟੋਟਲ ਸ਼ਾਇਦ ਅਸੀਂ 22-23 ਹਜ਼ਾਰ ਉਸ ਦਿਨ ਇਕੱਠਾ ਕੀਤਾ। ਲੇਕਿਨ ਜਿਹੜਾ ਮੇਰਾ ਥੈਂਕ ਯੂ ਹੈਗਾ ਉਹ ਹੈਗਾ ਮੇਰੇ ਭੈਣ ਭਰਾਵਾਂ ਦਾ, ਮੇਰੇ ਕਲਾਇੰਟਸ ਦਾ, ਮੇਰੇ ਦੋਸਤਾਂ ਦਾ, ਜਿਨ੍ਹਾਂ ਨੇ ਆ ਕੇ ਉੱਥੇ ਸਪੋਰਟ ਕੀਤੀ, ਕਿਉਂਕਿ ਉਹਨਾਂ ਤੋਂ ਬਗੈਰ ਤੁਸੀਂ ਕੁਝ ਨਹੀਂ ਕਰ ਸਕਦੇ ਜੀ। ਔਰ ਵੱਡੀ ਗੱਲ ਦੇਖੋ, ਅਸੀਂ ਕੋਈ ਫੋਰਸ ਨਹੀਂ ਕੀਤਾ। ਕੋਈ ਵੀ ਆਵੇ, ਕੋਈ ਸੜਕ 'ਤੇ ਜਾ ਰਿਹਾ, ਦਫ਼ਤਰ ਜਾ ਰਿਹਾ, ਲੇਕਿਨ ਹੈਰਾਨੀ ਦੀ ਗੱਲ ਦੇਖੋ, ਜਿਹੜਾ ਵੀ ਆਇਆ ਕੋਈ 25 ਸੈਂਟ ਜਾਂ ਰੁਪਇਆ 500,000 ਆਟਵਾ ਮੰਦਿਰ ਦੇ ਪ੍ਰੈਜ਼ੀਡੈਂਟ ਹੈਗੇ ਡਾਕਟਰ ਜਿੰਦਲ, ਉਹਨਾਂ ਨੇ ਮੇਰੇ ਖਿਆਲ ਕਾਫੀ ਅੱਛੀ ਡੋਨੇਸ਼ਨ ਦਿੱਤੀ, ਅਤੇ ਇਸ ਤਰ੍ਹਾਂ ਕਰਕੇ ਇਹ ਚੱਲਿਆ। ਫਿਰ ਸਾਨੂੰ CTV ਨੇ ਔਰ ਉਹਨਾਂ ਨੇ ਸਪੋਰਟ ਕੀਤਾ, ਅਤੇ ਅਗਲੇ ਸਾਲ ਪਿਛਲੇ ਸਾਲ 2018 'ਚ ਅਸੀਂ ਦੂਜਾ ਇਸ਼ੂ ਚੁੱਕਿਆ ਯੂਨਾਈਟਿਡ ਵੇ ਨਾਲ। ਉਸੇ ਜਿਹੜੇ ਬੱਚੇ ਸਾਡੇ ਐਡਿਕਸ਼ਨ ਵਿੱਚ ਆ ਜਾਂਦੇ ਨੇ, ਸਕੂਲਾਂ 'ਚ ਨਹੀਂ ਜਾਂਦੇ, ਅਤੇ ਇਹ ਸਕੂਲਾਂ 'ਚ ਕਾਉਂਸਲਰਸ ਅਪਾਇੰਟ ਕਰਦੇ ਨੇ ਜੀ, ਅਤੇ ਉਹਨਾਂ ਨੂੰ ਅਪਾਇੰਟਮੈਂਟ ਕਰਨ ਵਾਸਤੇ, ਉਹਨਾਂ ਦੀ ਕਾਉਂਸਲਿੰਗ ਵਾਸਤੇ, ਉਹਨੂੰ ਕਹਿੰਦੇ ਅਸੀਂ ਪ੍ਰੋਜੈਕਟ ਸਟੈਪ। ਉਹ ਅਸੀਂ ਉਸ ਦੇ ਵਾਸਤੇ ਅਸੀਂ ਡੈਡੀਕੇਟ ਕੀਤਾ 2018 ਦਾ, ਅਤੇ ਤਕਰੀਬਨ 1300 ਬੰਦਿਆਂ ਨੂੰ ਅਸੀਂ 7:30 ਵਜੇ ਬ੍ਰੇਕਫਾਸਟ ਸ਼ੁਰੂ ਕੀਤਾ ਸੀ 1 ਵਜੇ ਤੱਕ, ਔਰ 1300 ਅਸੀਂ ਬੰਦਿਆਂ ਨੂੰ ਸਰਵ ਕੀਤਾ, ਔਰ ਮੇਰੇ ਖਿਆਲ $15,000 ਅਸੀਂ ਉਸ ਬ੍ਰੇਕਫਾਸਟ ਵਿੱਚ 2018 ਦੇ ਯੂਨਾਈਟਿਡ ਵੇ 'ਚ ਇਕੱਠਾ ਕੀਤਾ ਸੀਗਾ। ਹੁਣ ਇਸ ਸਾਲ ਸਾਨੂੰ ਬੜੀ ਖੁਸ਼ੀ ਹੈ, ਸਾਨੂੰ ਕਾਫੀ ਬੰਦੇ ਅਪਰੋਚ ਕਰ ਰਹੇ ਨੇ ਕਿ ਵੀ ਅਸੀਂ ਆਉਣਾ ਚਾਹਾਂਗੇ, ਅਤੇ ਸਾਡੀ ਟਾਕਸ ਚੱਲ ਰਹੀਆਂ ਨੇ 2-3 ਅੱਛੀ ਚੈਰਿਟੀਜ਼ ਨਾਲ, ਜਿਹੜਾ ਕਿ ਯੂਥ ਦੇ ਨਾਲ ਹੋਣ ਜਾਂ ਮੈਂਟਲ, ਅਤੇ ਹਲੇ ਉਮੀਦ ਹੈ ਅਗਲੇ ਆਉਣ ਵਾਲੇ ਟਾਈਮ ਵਿੱਚ 1-2-3 ਹਫ਼ਤਿਆਂ 'ਚ ਉਹ ਫਾਈਨਲਾਈਜ਼ ਹੋ ਜਾਏਗਾ। ਅਤੇ ਮੈਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਵੀ ਇਨਵਾਈਟ ਕਰਾਂਗੇ, ਤੁਸੀਂ ਵੀ ਜ਼ਰੂਰ ਆਓ ਔਰ ਇਸ ਨੂੰ ਸਪੋਰਟ ਕਰੋ, ਅਤੇ ਇੱਕ ਦੂਜੇ ਦੀ ਸਪੋਰਟ ਨਾਲ ਹੀ ਇਵੇਂ ਅੱਗੇ ਚੱਲਦਾ ਹੈਗਾ। ਜੀ ਬਿਲਕੁਲ, ਵੀ ਲੁੱਕ ਫਾਰਵਰਡ ਟੂ ਦੈਟ। ਦੱਸਣਾ ਚਾਹਾਂਗੇ ਅਸੀਂ ਦੈਟ ਯੂ ਆਰ ਅ ਵੋਲੰਟੀਅਰ, ਯੂ ਆਰ ਅ ਸਪੀਕਰ, ਯੂ ਆਰ ਅ ਰਾਈਟਰ, ਯੂ ਹੈਵ 2 ਡੈਕੇਡਸ ਆਫ ਲੀਗਲ ਐਕਸਪੀਰੀਅੰਸ, ਅਤੇ ਤੁਹਾਨੂੰ ਕਮਿਊਨਿਟੀ ਅਵਾਰਡਸ ਵੀ ਕਾਫੀ ਮਿਲੇ ਨੇ। ਮੈਂ ਓਨੈਸਟਲੀ ਦੱਸਾਂ, ਮੈਂ ਸ਼ਾਇਦ ਲਾਇਕ ਨਹੀਂ ਹੈਗਾ ਅਵਾਰਡਸ ਵਗੈਰਾ ਦਾ, ਲੇਕਿਨ ਕਈ ਵਾਰੀ ਆਪਣੇ ਮਾਣਯੋਗ ਥੋੜ੍ਹਾ ਜਿਹਾ ਹੌਸਲਾ ਅਫਜ਼ਾਈ ਕਰ ਦਿੰਦੇ ਨੇ, ਅਤੇ ਮੈਂ ਉਹਨਾਂ ਦਾ ਥੈਂਕਸ ਕਰਨਾ, ਮੈਂ ਤਾਂ ਬਚਨ ਨਹੀਂ ਕਹਾਂਗਾ।
ਜੀ ਦਿਲਜੀਤ ਜੀ ਅਸੀਂ ਅਖੀਰ ਦੇ ਵਿੱਚ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਸੀਂ ਹਮੇਸ਼ਾ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਕਮਿਊਨਿਟੀ ਦੇ ਵਿੱਚ ਕਾਫੀ ਵਿਚਰਦੇ ਰਹੇ ਹੋ ਕਾਫੀ ਆਪਣੇ ਆਪ ਨੂੰ ਇਨਵੋਲਵ ਰੱਖਿਆ ਨਾਲ ਹੀ ਤੁਹਾਡਾ ਇੱਕ ਜਿਹੜਾ ਲੀਗਲ ਐਕਸਪੀਰੀਅੰਸ ਸੀ ਉਹ ਵੀ ਚੱਲਦਾ ਰਿਹਾ ਇਸ ਸਭ ਦੇ ਵਿੱਚ ਫੈਮਿਲੀ ਟਾਈਮ ਕੱਢਣਾ ਕਿੰਨਾ ਔਖਾ ਸੀ ਫੈਮਿਲੀ ਦੇ ਸਪੋਰਟ ਤੋਂ ਬਗੈਰ ਤੇ ਇਹ ਪੋਸੀਬਲ ਹੀ ਨਹੀਂ ਸੀਗਾ ਜੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਫੀ ਸਪੋਰਟ ਕੀਤਾ ਤੇ ਹਮੇਸ਼ਾ ਹੌਸਲਾ ਅਫਜ਼ਾਈ ਦਿੱਤੀ ਔਰ ਪਹਿਲੇ ਜਦ ਛੋਟੇ ਹੁੰਦੇ ਸੀਗੇ ਤੇ ਮੈਂ ਉਹਨਾਂ ਨੂੰ ਦੱਸਦਾ ਸੀਗਾ ਪਰ ਹੁਣ ਉਹਨਾਂ ਦੇ ਮੈਂ ਸੁਜੈਸ਼ਨ ਲੈਣਾ ਤੇ ਈਵਨ ਮੈਂ ਜਦ ਤੁਹਾਡੇ ਇੱਥੇ ਇੰਟਰਵਿਊ ਵਾਸਤੇ ਵੀ ਆ ਰਿਹਾ ਸੀਗਾ ਤੇ ਮੈਂ ਡਿਸਕਸ ਕਰ ਰਿਹਾ ਸੀਗਾ ਤੇ ਮੈਂ ਕਿਹਾ ਇਸ ਤਰ੍ਹਾਂ ਦਾ ਕੀ ਕਰੀਏ ਕਿ ਕੁਝ ਰਹਿ ਗਿਆ ਹੋਵੇ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਉਹ ਚੀਜ਼ ਜਿਹੜੀ ਮੈਂ ਆਪਣੇ ਬੱਚੇ ਨੂੰ ਕਹੀਏ ਕਿ ਮੈਂ ਕਰ ਸਕਾਂ ਜਾਂ ਨਾ ਕਰ ਸਕਾਂ ਲੇਕਿਨ ਤੁਸੀਂ ਜ਼ਿੰਦਗੀ ਜ਼ਰੂਰ ਕਰਨਾ ਔਰ ਇਹ ਬੜਾ ਪਰਸਨਲ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਜਦ ਮੈਂ ਇੱਥੇ ਆਇਆ ਸੀਗਾ 2000 ਦੇ ਅੰਦਰ ਤੇ ਬੱਚੇ ਸੀਗੇ ਔਰ ਮੈਂ ਪੜ੍ਹ ਰਿਹਾ ਸੀਗਾ ਤੇ ਈਵਨ ਦੋ ਮੈਂ ਐਜ਼ ਅ PR ਹੀ ਆਇਆ ਸੀਗਾ ਤੇ ਮੇਰੀ ਫੀਸ ਇੰਟਰਨੈਸ਼ਨਲ ਸਟੂਡੈਂਟ ਵਾਲੀ ਨਹੀਂ ਸੀਗੀ ਜੀ ਲੇਕਿਨ ਫਿਰ ਵੀ ਫੈਮਿਲੀ ਸੀਗੀ ਤੇ ਮੈਂ ਬਰਸਰੀਜ਼ ਅਪਲਾਈ ਕਰਦਾ ਸੀਗਾ ਇੱਕ ਹੁੰਦੀ ਹੈ ਗ੍ਰਾਂਟ ਇੱਕ ਹੁੰਦੀ ਹੈ ਬਰਸਰੀ ਨਾਨ ਰਿਫੰਡੇਬਲ ਹੁੰਦੀ ਹੈ ਉਹ ਫੈਮਿਲੀ ਦਿੰਦੀ ਹੈ ਤੇ ਮੈਂ ਅਪਲਾਈ ਕਰਦਾ ਸੀਗਾ ਤੇ ਇੱਕ ਮੈਂ ਅਪਲਾਈ ਕੀਤੀ 2000 ਦੀ ਤੇ ਮੈਨੂੰ ਰਿਗਰੈਟ ਦੀ ਲੈਟਰ ਆ ਗਈ ਜੀ ਅਸੀਂ ਨਾ ਇੱਕ ਸੀਗੀ ਅਸੀਂ ਕਿਸੇ ਨੂੰ ਦੇ ਦਿੱਤੀ ਹੈ ਮੈਂ ਕਿਹਾ ਠੀਕ ਹੈ ਕੋਈ 3 ਕੇ 4 ਹਫ਼ਤੇ ਬਾਅਦ ਜਦ ਮੈਂ ਘਰ ਆਇਆ ਤੇ ਮੈਂ ਬੇਸਮੈਂਟ ਵਿੱਚ ਜਦ ਸਟੂਡੈਂਟ ਸੀ ਤੇ 1 ਸਾਲ ਮੈਂ ਬੇਸਮੈਂਟ 'ਚ ਰਿਹਾ ਤੇ ਮੈਂ ਮੇਲ ਦੇਖੀ ਯੂਨੀਵਰਸਿਟੀ ਆਫ ਆਟਵਾ ਦੀ ਤੇ ਮੈਂ ਮੇਲ ਖੋਲੀ ਤੇ ਉਸ ਦੇ ਅੰਦਰ ਲੈਟਰ ਸੀਗੀ ਕਿ ਤੇਰੀ ਏਜ ਤੇਰੀ ਐਕਸਪੀਰੀਅੰਸ ਉਹ ਤੇਰੀ ਉਹ ਦੇਖ ਕੇ ਫੈਮਿਲੀ ਨੇ ਇੱਕ ਹੋਰ ਗ੍ਰਾਂਟ ਕਰਤੀ ਤੇ ਅਸੀਂ ਇਹ ਤੈਨੂੰ 2000 ਦੇ ਰਹੇ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ 19 ਸਾਲ ਬਾਅਦ ਵੀ ਮੈਂ ਭਾਵੇਂ ਲੱਖਾਂ ਡਾਲਰ ਕਮਾਏ ਨੇ ਪਰ ਉਹ $2000 ਮੈਨੂੰ ਅੱਜ ਵੀ ਯਾਦ ਨੇ ਬਿਲਕੁਲ ਮੈਂ ਬੱਚਿਆਂ ਨੂੰ ਇਹ ਕਿਹਾ ਕਿ ਤੁਸੀਂ ਕਦੀ ਮੈਂ ਨਾ ਕਰ ਸਕਾਂ ਤੁਸੀਂ ਕਦੀ ਵੀ ਕਰੋ ਤੇ ਇਸ ਤਰ੍ਹਾਂ ਜ਼ਰੂਰ ਕਰਨਾ ਕਿ ਜਿਹੜੇ ਸਟੂਡੈਂਟਸ ਸਪੈਸ਼ਲੀ ਮੈਚੁਰ ਸਟੂਡੈਂਟਸ ਜਾਂ ਜਿਹੜੇ ਫੈਮਿਲੀ ਵਾਲੇ ਆਉਂਦੇ ਨੇ ਉਹਨਾਂ ਦੀ ਜੋ ਹੈਲਪ ਕਰ ਸਕੋ ਉਹ ਜ਼ਰੂਰ ਕਰਨਾ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਇੰਨੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਂਦੇ ਸਾਡੇ ਵਿਊਅਰਸ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਥੈਂਕ ਯੂ ਜਸਲੀਨ ਇੱਕੋ ਹੀ ਚੀਜ਼ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਸਿੱਖਿਆ ਸੀਗਾ ਔਰ ਉਹੀ ਮੈਂ ਤੁਹਾਨੂੰ ਦੱਸ ਦੇਵਾਂ ਦੇਅਰ ਇਜ਼ ਨੋ ਸਬਸਟੀਟਿਊਟ ਟੂ ਹਾਰਡ ਵਰਕ ਐਂਡ ਐਥਿਕਸ ਅਗਰ ਤੁਸੀਂ ਇਹ ਦੋ ਚੀਜ਼ਾਂ ਲੈ ਕੇ ਚੱਲੋ ਤੁਸੀਂ ਕਦੀ ਪਿੱਛੇ ਨਹੀਂ ਹਟੋਗੇ ਮੈਂ ਦੇਖਿਆ ਇੱਥੇ ਕਿ ਕਈ ਸ਼ਾਰਟਕਟਸ ਵਗੈਰਾ ਅਡਾਪਟ ਕਰਦੇ ਹੈਗੇ ਨੇ ਲੇਕਿਨ ਉਹ ਜਿਹੜੇ ਜਿੱਤਦੇ ਨੇ ਉਹ ਸ਼ਾਰਟ ਟਰਮ ਵਿੱਚ ਜਿੱਤਦੇ ਨੇ ਲੇਕਿਨ ਲੌਂਗ ਟਰਮ ਵਿੱਚ ਮੈਨੂੰ ਵੀ ਕਈ ਵਾਰੀ ਆਉਂਦਾ ਸੀਗਾ ਕਿ ਮੈਂ ਓਨੈਸਟਲੀ ਦੱਸਾਂ ਮੈਂ ਪੈਸਾ ਨਹੀਂ ਕਮਾਇਆ ਮੈਂ ਇੱਥੇ ਜੋ ਕਮਾਇਆ ਉਹ ਸਿਰਫ ਇੱਜ਼ਤ ਹੈਗੀ ਹੈ ਔਰ ਦੂਜੀ ਗੱਲ ਹੈ ਅਗਰ ਅੱਜ ਮੈਨੂੰ ਮਾਣ ਮਿਲਿਆ ਅੱਜ ਮੈਂ ਤੁਹਾਡੇ ਸਾਹਮਣੇ ਇੱਥੇ ਹੈਗਾ ਇਹ ਸਾਰਾ ਉਸੀ ਮਿਹਨਤ ਔਰ ਉਸਦਾ ਐਥਿਕਸ ਦਾ ਹੈਗਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਥੈਂਕਸ ਕਰਨਾ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਔਰ ਤੁਸੀਂ ਮੈਨੂੰ ਸੁਣਿਆ ਔਰ ਮੇਰੇ ਲਈ ਕਦੀ ਕੋਈ ਸੇਵਾ ਹੋਵੇ ਤੇ ਤੁਸੀਂ ਮੈਨੂੰ ਦੱਸਣਾ ਥੈਂਕ ਯੂ Once again, thank you so much for joining us and we wish you all the best for your new profile. Thank you ਜੀ Thank you very much. ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਜਿਸ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਦਿਲਜੀਤ ਸਿੰਘ ਨਿਰਮਾਨ ਜੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਜੇ ਤੁਸੀਂ ਆਪਣਾ ਕੋਈ ਵਿਚਾਰ ਇਸ ਸੰਬੰਧੀ ਸਾਂਝਾ ਕਰਨਾ ਚਾਹੁੰਦੇ ਹੋ ਲਿਖ ਕੇ ਭੇਜੋ feedback@ptcnetwork.com ਤੇ ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਨਵੇਂ ਮਹਿਮਾਨ ਅਤੇ ਨਵੇਂ ਮੁੱਦੇ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ